ਮੁਗਲਾਂ ਦੇ ਵਿਸ਼ਵਾਸਘਾਤ ਤੇ ਪਹਾੜੀ ਰਾਜਿਆਂ ਦੀ ਬਦਨੀਤੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਚੜ੍ਹਦੀ ਕਲਾ ਨਾਲ ਮਰਦ ਅਗੰਮੜੇ ਦੀ ਅਗਵਾਈ ਵਿੱਚ ਸਿੰਘ ਅੱਗੇ ਵਧ ਰਹੇ ਨੇ ਤੇ ਵਹੀਰ ਪਹੁੰਚਦਾ ਹੈ ਅਗਲੇ ਪੜਾਅ ਚਮਕੌਰ ਸਾਹਿਬ ਵਿਖੇ। ਔਰ 7 ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡਣ ਵਾਲਾ ਵਹੀਰ 7 ਪੋਹ ਦੀ ਰਾਤ ਨੂੰ ਕੋਟਲਾ ਨਿਹੰਗ ਖਾਨ ਦੇ ਘਰ ਪਹੁੰਚੇ ਨੇ। 7 ਪੋਹ ਦੀ ਰਾਤ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਗੜੀ ਦੇ ਵਿੱਚ ਉਤਾਰਾ ਕੀਤਾ। ਕੋਟਲਾ ਨਿਹੰਗ ਖਾਨ ਤੋਂ ਲੈ ਕੇ ਚਮਕੌਰ ਦੀ ਗੜੀ ਤੱਕ ਆਉਣ ਦੀ ਵਾਰਤਾਲਾਪ ਜਦੋਂ ਅਸੀਂ ਹਕੀਮ ਮਿਰਜ਼ਾ ਅਲਾ ਯਾਰ ਖਾਂ ਜ਼ੋਬੀ ਦੀ ਕਲਮ ਤੋਂ ਪੜ੍ਹਦੇ ਹਾਂ ਤਾਂ ਕੁਦਰਤਨ ਆਪ ਮੁਹਾਰੇ ਅੱਖਾਂ ਦੇ ਵਿੱਚੋਂ ਹੰਝੂ ਵਹਿ ਜਾਂਦੇ ਨੇ ਜਦੋਂ ਉਹਨਾਂ ਦੀ ਕਲਮ ਖੁਦ ਬ ਖੁਦ ਲਿਖਦੀ ਹੈ, ਜਬ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, ਡੂਬੇ ਹੋਏ ਸਰਸਾ ਮੇ ਪਿਆਰੇ ਨਜ਼ਰ ਆਏ। ਸਿੱਖਾਂ ਦੀ ਮਾਨਸਿਕਤਾ ਦੇ ਵਿੱਚ ਉਹ ਅਕਸ ਬਾਰ-ਬਾਰ ਉੱਭਰ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਸਾਡੇ ਨਾਲ ਰਹਿਣ ਵਾਲੇ ਸਿੰਘ ਸਰਸਾ ਦੇ ਕੰਢੇ ਦੇ ਉੱਪਰ ਦੁਸ਼ਮਣ ਦੇ ਨਾਲ ਲੜਦੇ ਹੋਏ ਜਾਮੇ ਸ਼ਹਾਦਤ ਵੀ ਗਏ। ਕਿਸ ਤਰ੍ਹਾਂ ਦੇ ਨਾਲ ਸਾਡੇ ਨਾਲ ਦੇ ਸਿੰਘ ਸਰਸਾ ਨਦੀ ਦੇ ਪਾਣੀ ਦੇ ਵਿੱਚ ਜ਼ਖਮੀ ਹੋ ਕੇ ਡੁੱਬ ਗਏ। ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਸਰਸਾ ਦੇ ਕੰਢੇ ਦੇ ਉੱਪਰ, ਚਾਹੇ ਉਹ ਚੱਖੀਆਂ ਪਿੰਡ ਦੀ ਜੂਹ ਸੀ ਜਾਂ ਮਲਕਪੁਰ ਰੰਗੜਾ ਦਾ ਮੈਦਾਨ, ਕਿਸ ਤਰ੍ਹਾਂ ਦੇ ਨਾਲ ਮੁਕਾਬਲਾ ਕੀਤਾ। ਅਗਲੀ ਗੱਲ ਹਕੀਮ ਮਿਰਜ਼ਾ ਅਲਾ ਯਾਰ ਖਾਂ ਜੋਗੀ ਬੜੀ ਪਿਆਰੀ ਲਿਖਦੇ ਨੇ, ਕਹਿੰਦੇ ਬਿਫਰਾਏ ਹੋਏ ਇੱਥੇ ਸਿੰਘ ਸਭੀ ਗੈਜ਼ ਕੇ ਮਾਰੇ। ਗੈਜ਼ ਸ਼ਬਦ ਫਾਰਸੀ ਦਾ ਹੈ। ਜਦੋਂ ਜ਼ਖਮੀ ਹੋਏ ਸ਼ੇਰ ਨੂੰ ਗੁੱਸਾ ਚੜ੍ਹਦਾ ਉਸਨੂੰ ਗੈਬ ਕਿਹਾ ਜਾਂਦਾ। ਬਿਫਰਾਏ ਹੋਏ ਇੱਥੇ ਸਿੰਘ ਸਭੀ ਗੈਜ਼ ਕੇ ਮਾਰੇ। ਹੁਣ ਇੰਨੇ ਗੁੱਸੇ ਦੇ ਵਿੱਚ ਭਰੇ ਪੀਤੇ ਸਿੰਘ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਕੋਟਲਾ ਨਿਹੰਗ ਖਾਨ ਤੋਂ ਬੜੂ ਮਾਜਰਾ, ਬੂਰ ਮਾਜਰਾ, ਇਹਨਾਂ ਪਿੰਡਾਂ ਤੋਂ ਹੁੰਦੇ ਹੋਏ ਚਮਕੌਰ ਪਹੁੰਚੇ ਨੇ। ਚਮਕੌਰ ਦੇ ਪਿੰਡ ਦਾ ਚੌਧਰੀ ਬੁੱਧੀ ਚੰਦ ਰਾਵਤ, ਇਤਿਹਾਸਕ ਸਰੋਤਾਂ ਦੇ ਮੁਤਾਬਕ ਉਸਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਥੇ ਇਸਤਕਬਾਲ ਕੀਤਾ, ਖੈਰ ਮਕਦਮ ਕੀਤਾ, ਉੱਥੇ ਨਾਲ ਇਹ ਵੀ ਕਿਹਾ ਕਿ ਪਾਤਸ਼ਾਹ ਤੁਸੀਂ ਮੇਰੇ ਘਰ ਦੇ ਵਿੱਚ ਵਿਸ਼ਰਾਮ ਕਰੋ। ਪਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਬੁੱਧੀ ਚੰਦ ਇੱਥੇ ਅੱਜ ਸਾਡਾ ਪ੍ਰਯੋਜਨ ਦਰਸ਼ਨ ਦੇਣ ਦਾ ਨਹੀਂ ਹੈ, ਕਿਉਂਕਿ ਇਤਿਹਾਸਕ ਸਰੋਤਾਂ ਨੂੰ ਵੇਖੀਏ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਪਿੰਡ ਦੇ ਵਿੱਚ ਦੂਸਰੀ ਵਾਰ ਆਏ ਨੇ। ਹੁਣ ਇੱਕ ਵਾਰੀ ਪਹਿਲਾਂ ਆਏ ਸੀ ਜਦੋਂ ਇਸ ਇਲਾਕੇ ਦੇ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਪਹਾੜੀ ਰਾਜਿਆਂ ਦੇ ਚੁੱਕੇ ਚੁਕਾਏ ਅਲਿਫ ਖਾਨ ਨੇ ਹਮਲਾ ਕੀਤਾ ਸੀ। ਦੂਸਰੀ ਵਾਰ ਇਸ ਪਿੰਡ ਦੇ ਵਿੱਚ ਹੁਣ ਆਏ ਨੇ ਤੇ ਉਸ ਵੇਲੇ ਕਲਗੀਧਰ ਪਾਤਸ਼ਾਹ ਬੁੱਧੀ ਚੰਦ ਨੂੰ ਕਹਿੰਦੇ ਨੇ, ਬੁੱਧੀ ਚੰਦ ਅੱਜ ਸਾਡਾ ਪ੍ਰਯੋਜਨ ਦਰਸ਼ਨ ਦੇਣਾ ਨਹੀਂ, ਅੱਜ ਤਾਂ ਸਾਡਾ ਪ੍ਰਯੋਜਨ ਕੱਲ੍ਹ ਨੂੰ ਹੋਣ ਵਾਲੇ ਮੈਦਾਨੇ ਜੰਗ 'ਚ ਜੂਝਣਾ ਹੈ। ਇਸ ਕਰਕੇ ਤੇਰੇ ਘਰ ਵਿਸ਼ਰਾਮ ਨਹੀਂ ਕਰਾਂਗੇ, ਤੂੰ ਆਪਣੀ ਕੱਚੀ ਹਵੇਲੀ ਦਾ ਦਰਵਾਜ਼ਾ ਖੋਲ੍ਹ ਦੇ। ਉਹ ਕੱਚੀ ਹਵੇਲੀ ਜਿਹਨੂੰ ਦੁਨੀਆ ਦੀਆਂ ਉਹਨਾਂ ਮਹਾਨ ਇਤਿਹਾਸਕ ਯਾਦਗਾਰਾਂ ਦੇ ਵਿੱਚ ਹੋਣ ਦਾ ਮੁਕਾਮ ਪ੍ਰਾਪਤ ਹੋਇਆ ਹੈ, ਜਿਸ ਦੇ ਬਾਰੇ ਇਸਲਾਮੀ ਇਤਿਹਾਸਕਾਰ ਹਕੀਮ ਮਿਰਜ਼ਾ ਅਲਾ ਯਾਰ ਖਾਂ ਜੋਗੀ ਨੂੰ ਖੁਦ ਬਖੁਦ ਇਹ ਗੱਲ ਲਿਖਣੀ ਪੈ ਗਈ, ਬਸ एक हिंद में तीर्थ है यात्रा के लिए, कटाए बाप ने बेटे जहाँ खुदा के लिए, मेहर की चमक है तेरे ज़र्रों में है चमकौर, जहाँ से फरिश्ते बन के गए आसमां के लिए, दिलाई कौम को सरबाजियों से सरदारी, बराए कौम जे रुतबे लहू बहा के लिए, अपील करता हूँ हज करो जहाँ आके, इस्तदा करता हूँ सिंघों की करबला के लिए। दुनिया दे लोगों ਚਮਕੌਰ ਦੀ ਧਰਤੀ ਤੋਂ ਪਵਿੱਤਰ ਧਰਤੀ ਕੋਈ ਨਹੀਂ ਹੋ ਸਕਦੀ। ਇਹ ਉਹ ਧਰਤੀ ਹੈ ਜਿੱਥੇ ਕਿਸੇ ਕੌਮ ਦੇ ਰਹਿਬਰ ਨੇ ਆਪਣੀ ਕੌਮ ਦੀ ਝੋਲੀ ਦੇ ਵਿੱਚ ਆਪਣੇ ਪੁੱਤਰਾਂ ਦੇ ਸੀਸ ਪਾ ਦਿੱਤੇ। ਸੋ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਉਸ ਕੱਚੀ ਗੜੀ ਦੇ ਵਿੱਚ ਜਿਸ ਵੇਲੇ ਅੰਦਰ ਦਾਖਲ ਹੋਣ ਲੱਗੇ ਨੇ, ਆਪਣੇ ਕਮਰ ਕੱਸੇ 'ਚੋਂ ਕੱਢ ਕੇ ਖੰਜਰ ਉਸ ਚਮਕੌਰ ਦੀ ਗੜੀ ਦੇ ਕੰਧ ਦੇ ਵਿੱਚੋਂ ਇੱਕ ਮਿੱਟੀ ਦੀ ਡੇਲੀ ਕੱਢੀ ਹੈ, ਆਪਣੇ ਹੱਥ ਦੇ ਉੱਪਰ ਫੂਕ ਮਾਰ ਕੇ ਉਡਾ ਦਿੱਤੀ। ਦਇਆ ਸਿੰਘ ਨੇ ਪੁੱਛਿਆ, ਪਾਤਸ਼ਾਹ ਇਹ ਕੀ ਕੀਤਾ? ਦਇਆ ਸਿੰਘ, ਮੈਂ ਦੁਨੀਆ ਦੇ ਉਸ ਮਕਾਮ ਨੂੰ ਸਲਾਮੀ ਦਿੱਤੀ ਹੈ ਹਵਾ ਦੇ ਵਿੱਚ ਮਿੱਟੀ ਨੂੰ ਉਡਾ ਕੇ, ਜਿੱਥੇ ਦੁਨੀਆ ਦਾ ਸਭ ਤੋਂ ਵੱਡਾ ਇਤਿਹਾਸਕ ਜੰਗ ਲੜਿਆ ਜਾਵੇਗਾ, ਜਿੱਥੇ ਦੁਨੀਆ ਦੀ ਸਭ ਤੋਂ ਵੱਡੀ ਅਸਾਮੀ ਜੰਗ ਲੜੀ ਜਾਵੇਗੀ। ਇਤਿਹਾਸ ਦੇ ਵਿੱਚ ਅਸੀਂ 9 ਮੁਹੱਰਮ
61 ਹਿਜਰੀ ਦੇ ਵਿੱਚ ਵਾਪਰੇ ਕਰਬਲਾ ਦੇ ਜੰਗ ਨੂੰ ਸੁਣਦੇ ਹਾਂ, ਜਦੋਂ 72 ਸਾਥੀਆਂ ਦੇ ਨਾਲ ਇਸਲਾਮ ਧਰਮ ਦੇ ਬਾਨੀ ਸੱਲੱਲਾਹੁ ਅਲੈਹਿ ਵਸੱਲਮ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਰੇ ਹਜ਼ਰਤ ਹੁਸੈਨ ਕਰਬਲਾ ਦੇ ਮੈਦਾਨ ਦੇ ਵਿੱਚ ਆਪਣੇ ਦੋ ਬੇਟਿਆਂ ਹਜ਼ਰਤ ਅਲੀ ਅਲ ਅਕਬਰ ਔਰ ਅਲੀ ਅਲ ਅਸਗਰ ਦੇ ਨਾਲ ਸ਼ਹੀਦ ਕਰ ਦਿੱਤੇ ਗਏ ਸੀ। ਜਦੋਂ ਕਿ ਉੱਥੇ ਤਾਂ ਦੋਵੇਂ ਪਾਸੇ ਕੁਰਾਨ ਨੂੰ ਪੜ੍ਹਨ ਵਾਲੇ, ਦੋਵੇਂ ਪਾਸੇ ਮੁਹੰਮਦ ਸਾਹਿਬ 'ਤੇ ਯਕੀਨ ਕਰਨ ਵਾਲੇ, ਦੋਵੇਂ ਪਾਸੇ ਇਸਲਾਮ ਦੇ ਧਾਰਨੀ, ਜਿਸ ਕਰਕੇ ਇੱਕ ਸ਼ਾਇਰ ਨੂੰ ਇਹ ਗੱਲ ਲਿਖਣੀ ਪੈ ਗਈ, ਕਤਲੇ ਹੁਸੈਨ ਦਰ ਅਸਲ ਮਰਗ ਜਜੀਦ ਥਾ, ਇਸਲਾਮ ਜਿੱਦਾਂ ਹੋਤਾ ਹੈ ਹਰ ਕਰਬਲਾ ਕੇ ਬਾਅਦ। ਪਰ ਇੱਥੇ ਤਾਂ ਖੇਡ ਹੀ ਵੱਖਰੀ ਹੈ। ਇੱਕ ਪਾਸੇ 40, ਉਹ ਵੀ ਭੁੱਖੇ ਪਿਆਸੇ, ਜਿਹੜੇ ਮੈਦਾਨੇ ਜੰਗ 'ਚੋਂ ਲੜ ਕੇ ਆਏ ਨੇ, ਠੰਡ ਦੇ ਦਿਨ ਨੇ, ਸਿਰ ਢੱਕਣ ਨੂੰ ਜਗ੍ਹਾ ਨਹੀਂ, ਬਸਤਰ ਗਿੱਲੇ ਨੇ, ਸ਼ਸਤਰ ਖੁੰਡੇ ਹੋ ਚੁੱਕੇ ਨੇ, ਘੋੜੇ ਭੁੱਖੇ ਨੇ। ਉਹਨਾਂ ਨੇ ਕੱਲ ਉਸ ਵੇਲੇ ਏਸ਼ੀਆ ਦੀ ਖਿੱਤੇ ਦੀ ਇੱਕ ਵੱਡੀ ਫੌਜ ਦੇ ਨਾਲ ਲੜਨਾ ਹੈ। ਤੇ ਜਿਸ ਗੱਲ ਨੂੰ ਹਕੀਮ ਮਿਰਜ਼ਾ ਅਲਾ ਯਾਰ ਖਾਨ ਜੋਗੀ ਕਹਿੰਦੇ ਨੇ, ਗੁਰਦੇਵ ਪਾਤਸ਼ਾਹ ਨੇ ਮੁਸਕਰਾ ਕੇ ਕਿਹਾ, ਦਿਆ ਸਿੰਘ ਜਿਸ ਖਿੱਤੇ में हम कहते थे आना ये वही है, कल लुट के जिस जगह से जाना ये वही है, मिट्टी कह देती है ठिकाना ये वही है, जिस जहाँ पे बच्चों को कटाना ये वही है। ਦਿਆ ਸਿੰਘ ਇਹ ਤਾਂ ਉਹ ਥਾਂ ਹੈ ਜਿੱਥੇ ਦੁਨੀਆ ਦਾ ਇਤਿਹਾਸਕ ਜੰਗ ਹੋਵੇਗਾ। ਇਹ ਤੇ ਉਹ ਥਾਂ ਹੈ ਜਿੱਥੇ ਕੱਲ ਮੇਰੇ ਦੋ ਫਰਜ਼ੰਦ ਸ਼ਹੀਦ ਹੋਣਗੇ। ਇਹ ਤੇ ਉਹ ਥਾਂ ਹੈ ਜਿੱਥੇ ਮੈਂ ਉਸ ਨਿਰੰਕਾਰ ਦੀ ਨਜ਼ਰ ਦੇ ਵਿੱਚ ਜੇਤੂ ਹੋਵਾਂਗਾ, ਪਰ ਦੁਨੀਆ ਦੀ ਨਜ਼ਰ 'ਚ ਹੋਏਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੰਘਾਂ ਤੇ ਫਰਜ਼ੰਦਾਂ ਨੂੰ ਸ਼ਹੀਦ ਕਰਾ ਕੇ ਚਲਾ ਗਿਆ। ਦਿਆ ਸਿੰਘ ਮੈਂ ਤਾਂ ਇਸ ਪਵਿੱਤਰ ਅਸਥਾਨ ਦੀ ਅਜ਼ਮਤ ਨੂੰ ਸਲਾਮੀ ਦਿੱਤੀ ਹੈ, ਮੈਂ ਤਾਂ ਇਸ ਨੂੰ ਸਿਜਦਾ ਕੀਤਾ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਗਲੀ ਦੇ ਉਸ ਰਾਸਤੇ ਦੇ ਹੁੰਦੇ ਹੋਏ ਗੜੀ 'ਚ ਦਾਖਲ ਹੋਏ। ਗੜੀ ਦੇ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘਾਂ ਨੂੰ ਤਾਇਨਾਤ ਕੀਤਾ। ਜੇਕਰ ਅਸੀਂ ਉਸ ਸਮੇਂ ਦੇ ਸਰੋਤਾਂ ਦਾ ਅਧਿਐਨ ਕਰੀਏ ਤਾਂ ਦਰਵਾਜ਼ੇ ਦੇ ਉੱਪਰ ਦੋ ਸਿੰਘਾਂ ਨੂੰ ਤਾਇਨਾਤ ਕੀਤਾ ਹੈ। ਇਹ ਦੋਵੇਂ ਸਿੰਘ ਅਨੰਦਪੁਰ ਸਾਹਿਬ ਦੇ ਰਹਿਣ ਦੇ ਵਾਲੇ ਸਨ। ਇਹਦਾ ਨਾਮ ਸੀ ਮਦਨ ਸਿੰਘ ਔਰ ਕਾਠਾ ਸਿੰਘ। ਗੜੀ ਦੇ 4 ਕੋਨਿਆਂ ਦੇ ਉੱਪਰ 8-8 ਸਿੰਘਾਂ ਨੂੰ ਅਸਤਰ ਦੇ ਕੇ, ਤੀਰ ਕਮਾਨ ਦੇ ਕੇ ਗੁਰਦੇਵ ਪਾਤਸ਼ਾਹ ਨੇ ਤਾਇਨਾਤ ਕੀਤਾ ਹੈ। 5 ਸਿੰਘ ਅੰਦਰ ਤਕੜਾਈ ਵਾਸਤੇ ਨੇ, ਜਿਨ੍ਹਾਂ ਨੂੰ ਅਸੀਂ ਵਾਰ ਕਰਾਈ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਣੇ ਹੁੰਦੇ ਨੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਇੱਕ ਛੋਟੇ ਜਿਹੇ ਕੱਚੇ ਕਮਰੇ ਦੇ ਵਿੱਚ ਨੇ, ਜਿਸ ਨੂੰ ਇਤਿਹਾਸਕਾਰ ਲਿਖਦੇ ਨੇ ਬਾਲਾਏ ਬਾਮ ਥਾ। ਇੱਕ ਬੜਾ ਛੋਟਾ ਜਿਹਾ ਕੱਚਾ ਕਮਰਾ। ਹੁਣ ਖਿਆਲ ਕਰਿਓ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਕਦੀ ਅਨੰਦਪੁਰ ਸਾਹਿਬ ਦੇ ਵਿੱਚ ਮਖਮਲੀ ਗਦੇਲਿਆਂ ਦੇ ਉੱਪਰ ਤਖਤ ਦੇ ਉੱਪਰ ਨਵਾਜ਼ਦੇ ਸਨ, ਅੱਜ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਨੇ। ਸਿੰਘਾਂ ਨੇ ਇਤਿਹਾਸਕ ਸਰੋਤਾਂ ਨੂੰ ਪੜ੍ਹੀਏ ਜਿਨ੍ਹਾਂ ਦਾ ਸੰਬੰਧ ਉਰਦੂ ਦੇ ਨਾਲ ਹੈ, ਇੱਕ ਸਾਹਿਬਾਨ ਬਣਾ ਦਿੱਤਾ। ਸਾਹਿਬਾਨ ਹੁੰਦਾ ਹੈ ਕਿ ਆਪਣੇ ਦਸਤਾਰਾਂ, ਆਪਣੇ ਕੱਪੜੇ, ਘੋੜੇ ਦੀਆਂ ਕਾਠੀਆਂ ਦੀਆਂ ਜ਼ੀਨਾਂ ਦੇ ਕੱਪੜੇ, ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਗੁਰਦੇਵ ਪਾਤਸ਼ਾਹ ਦੇ ਬੈਠਣ ਦੇ ਵਾਸਤੇ ਇੱਕ ਛੋਟਾ ਜਿਹਾ ਗਦੇਲਾ ਬਣਾ ਦਿੱਤਾ। ਸਿੰਘ ਘੁੰਮ ਰਹੇ ਨੇ, ਰਾਤ ਪਈ। ਹੁਣ ਬੜੀ ਅਜੀਬ ਗੱਲ ਹੈ, ਸਾਰੇ ਸਿੰਘ ਸੌਂ ਰਹੇ ਨੇ, ਕੁਝ ਪਹਿਰਾ ਦੇ ਰਹੇ ਨੇ, ਕੁਛ ਲੇਟ ਗਏ ਖਾਕ ਪਰ ਜੀ ਪੋਸ਼ ਵਿਛਾ ਕਰ। ਇਹ 7 ਪੋਹ ਦੀ ਰਾਤ ਹੈ, ਜਦੋਂ ਸਵੇਰੇ 8 ਪੋਹ ਦਾ ਦਿਨ ਚੜ੍ਹਨਾ ਹੈ। ਜੀ ਪੋਸ਼ ਕਿਹਾ ਜਾਂਦਾ ਹੈ ਘੋੜਿਆਂ ਦੀਆਂ ਕਾਠੀਆਂ ਦੇ ਉੱਪਰ ਪਾਉਣ ਵਾਲੇ ਕੱਪੜੇ। ਕੁਛ ਲੇਟ ਗਏ ਖਾਕ ਪਰ ਜੀ ਪੋਸ਼ ਵਿਛਾ ਕਰ, ਪਹਿਰਾ ਕੁਛ ਦੇਣੇ ਲਗੇ ਤਲਵਾਰ ਉਠਾ ਕਰ। ਇਹ ਹਕੀਮ ਮਿਰਜ਼ਾ ਅਲਾ ਯਾਰ ਖਾਨ ਜੋਗੀ ਲਿਖਦੇ ਨੇ। ਕੁਛ ਤਾਂ ਜ਼ਮੀਨ ਦੇ ਉੱਪਰ ਲੇਟੇ ਹੋਏ ਨੇ ਤੇ ਕੁਛ ਤਲਵਾਰ ਉਠਾ ਕੇ ਪਹਿਰਾ ਦੇ ਰਹੇ ਨੇ। ਜਦੋਂ ਅੱਧੀ ਰਾਤ ਬੀਤੀ ਤਾਂ ਦੁਨੀਆ ਦੇ ਇਤਿਹਾਸ ਦੀ ਵਿਲੱਖਣ ਰਾਤ ਹੈ ਕਿ ਸਾਰੇ ਸਿੰਘ ਸੌਂ ਰਹੇ ਨੇ, ਇੱਕ ਜਾਗ ਰਹੇ ਨੇ। ਜਾਗ ਰਹੇ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ। ਬਾਲੀ ਕੇ ਸ਼ਹੀਦੋਂ ਸੇ ਹੁਆ ਜਬ ਕੇ ਗੁਜ਼ਰਨਾ। ਰਾਤ ਉਸ ਗੜੀ ਦੇ ਵਿੱਚ ਘੁੰਮ ਰਹੇ ਨੇ ਤੇ ਘੁੰਮਦਿਆਂ ਘੁੰਮਦਿਆਂ ਜਦੋਂ ਸਿੰਘਾਂ ਦੇ ਕੋਲ ਆਏ, ਬਾਲੀ ਸਰਹਾਣੇ ਨੂੰ ਕਿਹਾ ਜਾਂਦਾ ਹੈ ਫਾਰਸੀ ਦੇ ਵਿੱਚ। ਬਾਲੀ ਕੇ ਸ਼ਹੀਦੋਂ ਸੇ ਹੁਆ ਜਬ ਕੇ ਗੁਜ਼ਰਨਾ, ਮੁਸ਼ਕਿਲ ਹੁਆ ਗੁਰੂ ਕਾ ਕਦਮ ਆਗੇ ਕੁਦਰਨਾ। ਕਦਮ ਅੱਗੇ ਨਾ ਭਰਿਆ ਗਿਆ, ਬੈਠ ਗਏ। ਚੂਮਾ ਕਭੀ ਹਲਕੂਮ ਦਹਨ ਚੂਮਨੇ ਬੈਠੇ, ਪਾਇੰਤੀ ਆਏ ਤੋਂ ਕਦਮ ਚੂਮਨੇ ਬੈਠੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੱਲੇ ਕੱਲੇ ਸਿੰਘ ਦਾ ਚਿਹਰਾ ਚੁੰਮਿਆ। ਹਲਕੂਮ ਉਹਨਾਂ ਦੇ ਗਲੇ ਦੇ ਉੱਪਰ ਗੁਰਦੇਵ ਪਾਤਸ਼ਾਹ ਨੇ ਪਿਆਰ ਦਿੱਤਾ ਹੈ, ਸਿਰ ਨੂੰ ਚੁੰਮਿਆ ਹੈ। ਉਹਨਾਂ ਦੇ ਪੈਰਾਂ ਵੱਲ ਖੜੇ ਹੋ ਕੇ ਗੁਰਦੇਵ ਪਾਤਸ਼ਾਹ ਕਹਿ ਰਹੇ ਨੇ, ਉਹ ਸਿੱਖੋ, ਧੰਨ ਹੈ ਤੁਹਾਡੀ ਗੁਰਸਿੱਖੀ। ਤੁਸੀਂ ਕਿਸੇ ਵੀ ਸੂਰਤ ਦੇ ਵਿੱਚ, ਕਿਸੇ ਵੀ ਮੁਸ਼ਕਲ ਦੇ ਵਿੱਚ, ਕਿਸੇ ਵੀ ਮੁਕਾਮ ਦੇ ਵਿੱਚ ਮੇਰਾ ਸਾਥ ਨਾ ਛੱਡਿਆ। ਚੂਮਾ ਕਭੀ ਹਲਕੂਮ ਦਹਨ ਚੂਮਨੇ ਬੈਠੇ,
जब पाएं ती आए तो कदम चूमने बैठे। हर ਸਿੰਘ ਦੇ ਚਿਹਰੇ ਨੂੰ ਚੁੰਮਿਆ ਹੈ ਉਹ ਸਿੰਘ ਜਿਨ੍ਹਾਂ ਨੇ ਕੱਲ ਸਵੇਰੇ ਮੈਦਾਨੇ ਜੰਗ ਦੇ ਵਿੱਚ ਜਾਮੇ ਸ਼ਹਾਦਤ ਪੀ ਜਾਣਾ ਹੈ। टहलते हुए सर जब खैमे के दर आए। कलगीधर पातशाह ਹੁਣ ਉਸ ਛੋਟੇ ਜਿਹੇ ਕਮਰੇ 'ਚ ਆਏ ਨੇ। ਹੁਣ ਹੈਰਾਨ ਨਾ ਹੈ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ, ਕਲਗੀਧਰ ਪਾਤਸ਼ਾਹ ਜ਼ਿਕਰੇ ਖੁਦਾ ਦੇ ਵਿੱਚ ਜੁੜੇ ਬੈਠੇ ਨੇ। ਉਸ ਖੁਦਾ ਦੇ ਜ਼ਿਕਰ ਤੇ ਥਾ ਦਿਲ ਮੇਂ ਦੁਆ ਔਰ ਜ਼ਿਕਰੇ ਖੁਦਾ ਮੇਂ, ਦਿਲ ਦੇ ਵਿੱਚ ਦੁਆ ਹੈ, ਖੁਦਾ ਦੇ ਜ਼ਿਕਰ ਦੇ ਵਿੱਚ ਆਨੰਦ ਦੇ ਵਿੱਚ ਜੁੜੇ ਬੈਠੇ ਨੇ ਉਹ ਗੁਰਦੇਵ ਪਾਤਸ਼ਾਹ ਜਿਨ੍ਹਾਂ ਦੇ ਫਰਜ਼ੰਦਾਂ ਨੇ, ਜਿਨ੍ਹਾਂ ਦੇ ਸਿੰਘਾਂ ਨੇ ਕੱਲ ਜਾਮੇ ਸ਼ਹਾਦਤ ਪੀ ਜਾਣਾ ਹੈ। खैमे से निकल आए सरकार हवा में, टहलते थे कदमों से मगर दिल था दुआबे। गड़ी च घूम रहे ने पर मन दे अंदर एक चाह है, पंथ वसे मैं उजड़ा मन चाओ कनेरा। घूमते हुए सरकार जब खैमे के दर आए, साहबजादे दोनों वहाँ सोते हुए पाए। इतिहासक स्रोतां नूं किते पढ़ के वेखिए, मैं नहीं सोचता कि दुनिया की कोई ਅੱਖ ਐਸੀ ਹੋਵੇ ਜਿਹੜੀ ਇਸ ਦਰਦਨਾਕ ਇਤਿਹਾਸ ਨੂੰ ਸੁਣ ਕੇ ਸਰਸ਼ਾਰ ਨਾ ਹੋ ਜਾਵੇ, ਜਿਹੜੀ ਲਹੂ ਦੇ ਹੰਝੂ ਵਹਾਉਣ ਦੇ ਵਾਸਤੇ ਮਜਬੂਰ ਨਾ ਹੋ ਜਾਵੇ। ਹੁਣ ਖਿਆਲ ਕਰਿਓ, ਦੋ ਪੁੱਤਰ ਮਾਸੂਮ ਉਸ ਠੰਡੀ ਰਾਤ ਦੇ ਵਿੱਚ ਬਾਹਰ ਸੁੱਤੇ ਪਏ ਨੇ, ਜਿਨ੍ਹਾਂ ਦੇ ਬਸਤਰ ਵੀ ਭਿੱਜੇ ਹੋਏ ਨੇ। ਮੈਦਾਨੇ ਜੰਗ ਦੇ ਵਿੱਚ ਦੋ ਮਾਸੂਮ ਪੁੱਤਰ ਲੜ ਕੇ ਆਏ ਨੇ। ਸਾਹਿਬਜ਼ਾਦੇ ਦੋਨੋਂ ਵਹਾਂ ਸੋਤੇ हुए पाए, सतगुर ने रुखे पाक से गेंसू जो उठाए। बड़ी अजीब गल है, गुरदेव पातशाह गुरु गोबिंद सिंह महाराज ने जिस वेले दोहां पुत्रां दे केस दस्तारां ढिल्लियां हो चुकियां सी, केस चेहरे ते आ चुके सी, गुरदेव पातशाह ने जिस वेले अपने मासूम फरजंदां दे चेहरिਆਂ ਦੇ ਉੱਪਰੋਂ केस लांबे कीते ਤਾਂ ਉਸ ਵੇਲੇ शायर ਕਹਿੰਦਾ ਹੈ कि गुरु गोबिंद सिंह महाराज दे सपुੱਤਰ ਇੰਨੇ जलाली रूप ਦੇ ਵਿੱਚ ਸਨ, ਇੰਨੇ ਸੁੰਦਰ ਸਨ, ਅਫਲਾਕ ਨੇ ਸ਼ਰਮਾ ਕੇ ਮਹਿਓ ਮਿਹਰ ਛੁਪਾਏ। ਇੰਜ ਲੱਗਾ ਜਿਵੇਂ ਅਸਮਾਨ ਨੂੰ ਵੀ ਸ਼ਰਮ ਆ ਗਈ ਹੋਵੇ ਤੇ ਉਹਨੇ ਆਪਣੇ ਦੋ ਖੂਬਸੂਰਤ ਚੰਦ ਤੇ ਸੂਰਜ ਵੀ ਲਗਾ ਲਏ ਹੋਣ। ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪੁੱਤਰਾਂ ਦੇ ਸਿਰ ਆਪਣੀ ਕੌਮ ਦੀ ਝੋਲੀ 'ਚ ਪਾਉਣ ਵਾਲਾ ਉਹ ਮਹਾਨ ਦਾਨੀ ਤੇ ਬਾਦਸ਼ਾਹ ਦਰਵੇਸ਼ ਜੋਧਾ ਆਪਣੇ ਪੁੱਤਰਾਂ ਦੇ ਚਿਹਰਿਆਂ ਨੂੰ ਆਖਰੀ ਵਾਰ ਚੁੰਮਣ ਲੱਗਾ ਹੈ। ਸਤਗੁਰ ਨੇ ਦਹਨੇ ਪਾਕ ਜਬ ਦਹਨੇ ਪਾਕ ਪਰ ਰੱਖਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਵੇਲੇ ਸਾਹਿਬ ਜੁਝਾਰ ਸਿੰਘ ਦਾ ਚਿਹਰਾ ਚੁੰਮਣ ਦੇ ਵਾਸਤੇ ਆਪਣਾ ਪਵਿੱਤਰ ਚਿਹਰਾ ਉਹਦੇ ਚਿਹਰੇ ਤੇ ਰੱਖਿਆ ਹੈ, ਉਸ ਵੇਲੇ ਸ਼ਰਮਾ ਕੇ ਸਰ ਹਰ ਫੂਲ ਨੇ ਫਿਰ ਖਾਕ ਪਰ ਰੱਖਾ। ਇਹ ਮੁਸਲਮਾਨ ਇਤਿਹਾਸਕਾਰ ਨੂੰ ਲਿਖਣਾ ਪਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਸ ਵੇਲੇ ਆਪਣੇ ਮਾਸੂਮ ਪੁੱਤਰਾਂ ਦੇ ਚਿਹਰਿਆਂ ਨੂੰ ਚੁੰਮਿਆ, ਜਿਨ੍ਹਾਂ ਨੇ ਕੱਲ ਮੈਦਾਨੇ ਜੰਗ ਦੇ ਵਿੱਚ ਜਾਮੇ ਸ਼ਹਾਦਤ ਪੀ ਜਾਣਾ ਹੈ, ਉਹਨਾਂ ਫਰਜ਼ੰਦਾਂ ਦੇ ਚਿਹਰੇ ਇੰਨੇ ਜ਼ਲਾਲੀ ਰੂਪ ਦੇ ਨਾਲ ਰੂਪਮਾਨ ਸਨ, ਰੁਖਸਾਰ ਇੰਨੇ ਪਿਆਰੇ ਸਨ ਕਿ ਇੰਜ ਲੱਗਾ ਕਿ ਦੁਨੀਆ ਦੇ ਹਰ ਬਾਗ ਦੇ ਫੁੱਲ ਨੂੰ ਵੀ ਸ਼ਰਮਸਾਰ ਹੋਣਾ ਪੈ ਗਿਆ ਹੋਵੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਪੁੱਤਰ ਇੰਨੇ ਖੂਬਸੂਰਤ, ਇੰਨੇ ਜ਼ਲਾਲੀ ਰੂਪ ਵਾਲੇ ਸਨ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਉਸ ਗੜੀ ਦੇ ਵਿੱਚ ਘੁੰਮ ਰਹੇ ਨੇ। ਮੈਂ ਹੈਰਾਨ ਹਾਂ, ਇਹ ਦੁਨੀਆ ਦਾ ਕੈਸਾ ਗੁਰੂ ਹੈ, ਇਹ ਦੁਨੀਆ ਦਾ ਕੈਸਾ ਰਹਿਬਰ ਹੈ ਜਿੱਥੇ ਉਸ ਦੇ ਮੁਰੀਦ ਸੁੱਤੇ ਪਏ ਨੇ ਤੇ ਗੁਰੂ ਪਹਿਰੇ ਦੇ ਉੱਪਰ ਹੈ। गुरु घूम रहा है, पहरा देने लगे कुछ सरदार तलवार उठाकर। सवेर का दिन चढ़िया, ਸਿੰਘਾਂ ने अपने शस्त्र संभाले, घोड़ियां दियां काठियां पाईयां, ਸਿੰਘਾਂ ने अपने त्यारे किए और दिन चढ़दे ही मैदाने जंग का आरंभ हो गया। उधर वाले पास्यों जिस वेले वजीर खान दियां फौजां, नाहर खान, दिलावर खान, सैयद जलालुद्दीन का पुत्रा नशतर अली खान, वली हसन तो इलावा शेर मुहम्मद खान, मलेरकोटले वाले का भरा ख्वाजा खिजर महदूद अली खान, ये सारे जरनैल बैठे ने। इन्हां सारे जरनैलों नूं वंगार के उसले वजीर खान कहंदा एक छोटी जी गड़ी, ਉਹਦੇ ਵਿੱਚ मुट्ठी भर लोग, और सच जाणिओ जेकर तुसीं तां एक एक मुट्ठी मिट्टी दी उस गड़ी वाल सुੱਟੋ ਤੇ इन्हां गुरु गोबिंद सिंह दे मुट्ठी भर ਸਿੰਘਾਂ ਨੂੰ ਤੁਸੀਂ ਮਿੱਟੀ 'ਚ ਦਬਾ ਸਕਦੇ ਹੋ, ਹਮਲਾ ਕਰਨ ਦੀ ਜ਼ਰੂਰਤ ਕਿਉਂ ਨਹੀਂ ਕਰਦੇ। ਉਸ ਵੇਲੇ ਇੱਕ ਜਰਨੈਲ ਅੱਗੇ ਆਇਆ, ਇਸ ਦਾ ਨਾਮ ਨਾਹਰ ਖਾਨ ਸੀ ਤੇ ਇਹ ਮਲੇਰਕੋਟਲੇ ਵਾਲੇ ਸ਼ੇਰ ਮੁਹੰਮਦ ਖਾਨ ਦਾ ਭਰਾ ਸੀ। ਨਾਹਰ ਖਾਨ ਕਹਿੰਦਾ ਮੈਨੂੰ ਕੁਝ ਸਾਥੀ ਦਿਓ, ਕਸੇ ਹਰ ਕੇ ਕੌਲੇ ਕੁਰਾਂ ਬਾਇਦਸ਼ ਜਾਂ ਕੁਸਤਨੋਂ ਬਸਤਨੋਂ ਬਾਇਦਸ਼, ਕੁਝ ਸਾਥੀ ਦਿਓ ਮੈਨੂੰ। ਨਵਾਬ ਸਾਹਿਬ ਮੈਂ ਹੁਣੇ ਗੜੀ ਵੱਲ ਜਾ ਕੇ ਉਸ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆ ਕੇ ਤੁਹਾਡੇ ਕਦਮਾਂ ਤੇ ਰੱਖ ਦਿੰਦਾ। ਬੜਾ ਬਹਾਦਰ ਜਰਨੈਲ ਸੀ ਨਾਹਰ ਖਾਨ, 5000 ਮਨਸਬਦਾਰ ਸੀ,
ਘੋੜੇ ਦੇ ਉੱਪਰ ਸਾਰਾ ਸੰਜੋਗ ਦੇ ਨਾਲ ਢੱਕਿਆ ਹੋਇਆ ਹੈ, ਲੈ ਕੇ ਆਪਣੇ ਸਾਥੀਆਂ ਨੂੰ ਜਿਸ ਵੇਲੇ ਚਮਕੌਰ ਦੀ ਗੜੀ ਵੱਲ ਵਧਿਆ ਹੈ, ਉਧਰੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੀ ਗਲੀ ਦੇ ਮਮਟੀ ਦੇ ਉੱਪਰ ਬੈਠੇ ਹੋਏ ਨੇ, ਗੜੀ ਦੀ ਮਮਟੀ ਉੱਪਰ ਬੈਠਿਆਂ ਵੇਖਿਆ ਕਿ ਨਾਹਰ ਖਾਨ ਘੋੜੇ ਤੇ ਸਵਾਰ ਹੋ ਕੇ ਸਾਰਾ ਸੰਜੋਗ ਦੇ ਵਿੱਚ ਢੱਕਿਆ ਹੋਇਆ ਆਪਣੇ ਸਾਥੀਆਂ ਨੂੰ ਲੈ ਕੇ ਹਮਲਾਵਰ ਹੋਣ ਵਾਸਤੇ ਆ ਰਿਹਾ ਹੈ। ਮੇਰੇ ਗੁਰਦੇਵ ਪਾਤਸ਼ਾਹ ਨੇ ਆਪਣੇ ਕਮਾਨ ਦੇ ਵਿੱਚ ਤੀਰ ਨੂੰ ਲੈ ਕੇ ਕੰਨ ਤੱਕ ਖਿੱਚ ਕੇ ਜਦੋਂ ਛੱਡਿਆ, ਨਾਹਰ ਖਾਨ ਦੇ ਜਿਸਮ ਦਾ ਇੱਕ ਅੰਗ ਨੰਗਾ ਸੀ, ਮੂੰਹ ਦੇ ਵਿੱਚ ਆ ਕੇ ਤੀਰ ਵੱਜਾ ਤੇ ਨਾਹਰ ਖਾਨ ਜ਼ਮੀਨ ਤੇ ਡਿੱਗ ਪਿਆ, ਜਿਸ ਦਾ ਜ਼ਿਕਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਫਰਨਾਮੇ 'ਚ ਕਰਦੇ ਨੇ। ਚੂ ਦੀਦਮ ਬਾ ਆਇਦ ਬਾ ਨਾਹਰ ਬਾ ਜੰਗ ਚਸ਼ੀਦੈ ਯਕੇ ਤੀਰ ਮਨ ਬੇਦਰੰਗ। ਜਦੋਂ ਮੈਂ ਵੇਖਿਆ ਕਿ ਇੱਕ ਦੁਸ਼ਮਣ ਮੇਰਾ ਸਿਰ ਵੱਢਣ ਦੀ ਸਹੁੰ ਖਾ ਕੇ ਨਾਹਰ ਖਾਨ ਆਪਣੇ ਸਾਥੀਆਂ ਨੂੰ ਲੈ ਕੇ ਮੈਦਾਨੇ ਜੰਗ 'ਚ ਗੜੀ ਵੱਲੋਂ ਵੱਧਦਾ ਆ ਰਿਹਾ ਹੈ, ਤੇ ਮੈਂ ਉਸ ਵੇਲੇ ਆਪਣੇ ਕਮਾਨ ਦੇ ਵਿੱਚੋਂ ਇੱਕ ਤੀਰ ਛੱਡਿਆ ਤੇ ਨਾਹਰ ਖਾਨ ਨੂੰ ਜ਼ਮੀਨ ਤੇ ਸੁੱਟ ਦਿੱਤਾ। ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਦਰਲੇ ਸਿੰਘਾਂ ਨੂੰ 5-5 ਦੇ ਜਥਿਆਂ ਦੇ ਰੂਪ ਦੇ ਵਿੱਚ ਬਾਹਰ ਭੇਜਣਾ ਸ਼ੁਰੂ ਕੀਤਾ। ਪਹਿਲਾ ਜਥਾ ਗਿਆ, ਅਨੇਕਾਂ ਹੀ ਵੈਰੀਆਂ ਨੂੰ ਜ਼ਮੀਨ ਦੇ ਉੱਪਰ ਸਦਾ ਦੀ ਨੀਂਦ ਸੌਂਦਾ ਹੋਇਆ ਉਸ ਜਥੇ ਦੇ 5 ਸਿੰਘ ਵੀ ਸ਼ਹਾਦਤਾਂ ਪ੍ਰਾਪਤ ਕਰ ਗਏ। ਦੂਸਰਾ ਜਥਾ ਗਿਆ, ਉਸ ਜਥੇ ਦੇ ਸਿੰਘਾਂ ਨੇ ਵੀ ਦੁਸ਼ਮਣ ਨੂੰ ਇੱਕ ਵਾਰੀ ਲੋਹੇ ਦੇ ਚਣੇ ਚਬਾ ਦਿੱਤੇ, ਸ਼ਹਾਦਤਾਂ ਪ੍ਰਾਪਤ ਕਰ ਗਏ। ਜਦੋਂ ਇਹਨਾਂ 2 ਜਥਿਆਂ 'ਚ ਬਾਹਰ ਆਏ ਸਿੰਘਾਂ ਦੇ ਕੋਲੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਦੁਸ਼ਮਣ ਫੌਤ ਹੋਇਆ, ਦੁਸ਼ਮਣ ਦੀ ਮੌਤ ਹੋਈ, ਉਸ ਵੇਲੇ ਫਿਰ ਵੰਗਾਰ ਕੇ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲਾ ਕਹਿੰਦਾ, ਇਹ ਤੁਹਾਡੇ 'ਚੋਂ ਸਾਰੇ ਖੁਸਰੇ ਬਣ ਚੁੱਕੇ ਨੇ, ਸਾਰੇ ਨਬਰਦ ਬਣ ਚੁੱਕੇ ਨੇ, ਕੋਈ ਐਸਾ ਮਰਦ ਨਹੀਂ ਜਿਹੜਾ ਇਸ ਛੋਟੀ ਜੀ ਜਗ੍ਹਾ ਦੇ ਵਿੱਚ, ਉਹਦੇ ਕੁਝ ਬੰਦੇ ਤਾਂ ਬਾਹਰ ਮਾਰੇ ਗਏ ਸਾਡੇ ਕੋਲੋਂ, ਹੁਣ ਉਹ ਜਿਹੜਾ ਕਾਫਰਾਂ ਦਾ ਗੁਰੂ ਉਸ ਚਮਕੌਰ ਦੀ ਗੜੀ 'ਚ ਆਪਣੇ ਮੁੱਠੀ ਭਰ ਸਿੱਖਾਂ ਦੇ ਨਾਲ ਬੈਠਾ ਹੈ, ਕਿਸੇ ਯੋਧੇ ਦੇ ਵਿੱਚ ਇੰਨੀ ਜ਼ਰੂਰਤ ਨਹੀਂ ਜਿਹੜਾ ਉਹਦਾ ਸਿਰ ਵੱਢ ਕੇ ਲੈ ਆਵੇ। ਉਸ ਵੇਲੇ ਗਨੀ ਖਾਨ ਦਾ ਨਾਮ ਦਾ ਇੱਕ ਯੋਧਾ ਗਿਆ। ਗਨੀ ਖਾਨ ਨੇ ਸੋਚਿਆ ਕਿ ਸ਼ਾਇਦ ਚਮਕੌਰ ਦੀ ਗੜੀ ਦੇ ਕੋਲ ਆ ਕੇ ਪੌੜੀ ਦੇ ਰਾਹੀਂ ਮੈਂ ਅੰਦਰ ਆ ਕੇ ਗੜੀ ਦਾ ਦਰਵਾਜ਼ਾ ਖੋਲ੍ਹ ਦੇਵਾਂਗਾ ਤੇ ਸਾਰੀ ਸਾਡੀ ਫੌਜ ਅੰਦਰ ਜਾਵੇਗੀ ਤੇ ਇਹਨਾਂ ਸਿੱਖਾਂ ਨੂੰ ਹੱਥੋਂ ਹੱਥੀ ਫੜ ਕੇ ਅਸੀਂ ਬਾਦਸ਼ਾਹ ਸਲਾਮਤ ਦੇ ਸਾਹਮਣੇ ਕੈਦੀਆਂ ਦੇ ਵਾਂਗ ਪੇਸ਼ ਕਰਾਂਗੇ। ਗਨੀ ਖਾਨ ਜਦੋਂ ਗੜੀ ਦੇ ਕੋਲ ਆਇਆ, ਇਤਿਹਾਸਕ ਸਰੋਤਾਂ ਨੂੰ ਵੇਖੀਏ ਤੇ ਹੈਰਾਨ ਰਹਿ ਜਾਈਦਾ, ਬੜੇ ਪਿਆਰ ਦੇ ਨਾਲ ਚਮਕੌਰ ਦੀ ਗੜੀ ਦੇ ਉਸ ਬਾਲਾਏ ਬਾਮ, ਉਸ ਉੱਟੀ ਮਮਟੀ ਦੇ ਉੱਪਰ ਬੈਠੇ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਆਪਣੇ ਹੱਥ ਦੇ ਵਿੱਚੋਂ ਗੁਰਜ ਛੱਡਿਆ, ਇਹਦੇ ਸਿਰ ਦੇ ਉੱਪਰ ਆ ਕੇ ਵੱਜਾ, ਇਹ ਵੀ ਥਾਂ ਢੇਰੀ ਹੋ ਗਿਆ। ਜਦੋਂ ਮਨਸਬਦਾਰ, ਜਦੋਂ ਫੌਜਦਾਰ ਉੱਥੇ ਜ਼ਮੀਨ ਦੇ ਉੱਪਰ ਮਰ ਕੇ ਡਿੱਗ ਪਿਆ ਤੇ ਉਸ ਦੇ ਨਾਲ ਦੇ ਸਾਥੀਆਂ ਦੀ ਫੌਜ ਉਹ ਵੀ ਪਿੱਛੇ ਭੱਜ ਗਈ। ਹੁਣ ਬੜੀ ਅਜੀਬ ਸਕਤੇ ਦੇ ਵਿੱਚ ਹੈ ਫੌਜ, ਕੀ ਕੀਤਾ ਜਾਵੇ? ਮੁੱਠੀ ਭਰ ਸਿੱਖ ਜਿਸ ਦਾ ਜ਼ਿਕਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਫਰਨਾਮੇ 'ਚ ਕਰਦੇ ਨੇ, ਗੁਰਸਿਨਾਹ ਕੇ ਕਾਰੇ ਕੁਨਦ ਚਹਿਲ ਨਰ ਬਾ ਦਹਿ ਲੱਖ ਬਰ ਆਇਤ ਬਰੋ ਬੇਖਬਰ। ਔਰੰਗਜ਼ੇਬ ਕਿਵੇਂ ਦੀ ਜੰਗ ਹੈ, ਤੂੰ ਇਸ ਨੂੰ ਜੰਗ ਗਿਣਦਾ? ਬਾਹਰ ਤੇਰੇ ਲੱਖਾਂ ਦੀ ਫੌਜ, ਤੇਰਾ ਐਡਾ ਵੱਡਾ ਲਸ਼ਕਰ, ਅੰਦਰ ਮੇਰੇ 40 ਭੁੱਖੇ ਪਿਆਸੇ ਸਿੱਖ। ਗੁਰਸਿਨਾਹ ਕੇ ਕਾਰੇ ਕੁਨਦ ਚਹਿਲ ਨਰ ਬਾ ਦਹਿ ਲੱਖ ਬਰ ਆਇਤ ਬਰੋ ਬੇਖਬਰ। ਬਰੰਗੇ ਮਗਸ, ਅਕਸਰ ਅਸੀਂ ਪੰਜਾਬੀ 'ਚ ਇੱਕ ਸ਼ਬਦ ਵਰਤਦੇ ਹਾਂ, ਡੂਮੜੇ ਦੀਆਂ ਮੱਖੀਆਂ ਦਾ ਛਿੜ ਜਾਣਾ, ਮਖਿਆੜ ਦਾ ਛਿੜ ਜਾਣਾ। ਕਹਿੰਦੇ ਤੇਰੀ ਫੌਜ ਦੀ ਗਿਣਤੀ ਤਾਂ ਇਸ ਤਰ੍ਹਾਂ ਸੀ ਬਾਹਰ, ਬਰੰਗੇ ਮਗਸ, ਜਿਸ ਤਰ੍ਹਾਂ ਡੂਮੜੇ ਦੀਆਂ ਮੱਖੀਆਂ ਛਿੜੀਆਂ ਹੋਣ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਬਰੰਗੇ ਮਗਸ ਬੇਸ਼ੁਮਾਰ ਆਇਦਸ਼, ਮਿਆਂ ਤੀਗੋ ਤੀਰੋ ਤਫੰਗ ਆਇਦਸ਼। ਤੇ ਉਹਨਾਂ ਦੇ ਤੀਰਾਂ ਦੀ ਵਰਖਾ ਵੀ ਇੰਜ ਹੋ ਰਹੀ ਸੀ ਜਿਵੇਂ ਬਰਸਾਤ ਦੀਆਂ ਕਣੀਆਂ ਪੈ ਰਹੀਆਂ ਹੋਣ। ਹੁਣ ਤੁਸੀਂ ਖਿਆਲ ਕਰੋ, ਜਿੰਨੇ ਦਰਸ਼ਕ ਵੇਖ ਰਹੇ ਹੋ, ਇੱਕ ਛੋਟੀ ਜਿਹੀ ਗੜੀ ਜਿਹਦੇ ਵਿੱਚੋਂ ਵੀ ਅੱਧੇ ਸਿੰਘ ਸ਼ਹੀਦ ਹੋ ਚੁੱਕੇ ਨੇ, ਤੇ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਤੀਰਾਂ ਦੀ, ਤੋਪ ਦੇ ਗੋਲਿਆਂ ਦੀ ਵਰਖਾ ਹੋ ਰਹੀ ਹੈ। ਇੰਨੇ ਥੋੜੇ ਸਿੰਘਾਂ ਦੇ ਨਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੌਸਲਾ ਕਿਵੇਂ ਦਾ ਹੈ? ਸੱਚ ਜਾਣਿਓ, ਹੌਸਲੇ ਤੋਂ ਤਾਂ ਮੈਂ ਹੈਰਾਨ ਰਹਿ ਜਾਂਦਾ ਜਦੋਂ ਬਾਹਰ ਦੀ ਦੁਸ਼ਮਣ ਫੌਜ ਨੂੰ ਇਹ ਗੱਲ ਬਾਰ-ਬਾਰ ਕਹਿਣੀ ਪੈਂਦੀ ਹੈ, ਬਚ-ਬਚ ਕੇ ਲੜੋ ਕਲਗੀਆਂ ਵਾਲੋਂ ਕੇ ਪਿਸਰ ਸੇ। ਗੁਰੂ ਗੋਬਿੰਦ ਸਿੰਘ ਦੇ ਸਿੰਘ ਜਿਹੜੇ ਚਮਕੌਰ ਦੀ ਗੜੀ 'ਚੋਂ ਲੜਨ ਵਾਸਤੇ ਬਾਹਰ ਆ ਰਹੇ ਨੇ ਨਾ, ਇਹਨਾਂ ਤੋਂ ਬਚ-ਬਚ ਕੇ ਲੜੋ। ਦਰਅਸਲ ਯੁੱਧ ਨੀਤੀ ਦਾ ਇੱਕ ਅਹਿਮ ਪੈਂਤੜਾ ਹੈ ਕਿ ਹਮੇਸ਼ਾ ਤਨਖਾਹ ਲੈਣ ਵਾਲਾ ਸਿਪਾਹੀ ਆਪਣੀ ਜਾਨ ਬਚਾਉਣ ਲਈ ਲੜਦਾ ਹੈ ਤੇ ਧਰਮ ਦੇ ਵਾਸਤੇ ਲੜਨ ਵਾਲਾ ਸਿਪਾਹੀ ਆਪਣਾ ਆਪਾ ਵਾਰਨ ਲਈ ਲੜਦਾ ਹੈ। ਇਹ ਅੰਤਰ ਹੁੰਦਾ ਹੈ। ਮੈਦਾਨੇ ਜੰਗ ਦਾ ਇੱਕ ਅਹਿਮ ਨੁਕਤਾ ਹੈ ਕਿ ਇੱਕ ਤਨਖਾਹ ਤੇ ਲੜਨ ਵਾਲਾ ਸਿਪਾਹੀ ਲੜਨ ਤੋਂ ਪਹਿਲਾਂ ਆਪਣੀ ਜਾਨ ਬਚਾਉਣ ਦੇ ਬਾਰੇ ਸੋਚਦਾ ਹੈ ਤੇ ਧਰਮ ਦੇ ਪਿੱਛੇ ਲੜਨ ਵਾਲਾ ਸਿਪਾਹੀ ਆਪਣਾ ਆਪਾ ਕੁਰਬਾਨ ਕਰਨ ਦੇ ਬਾਰੇ ਸੋਚਦਾ ਹੈ। ਸੋ ਜਦੋਂ ਵੰਗਾਰਿਆ ਇਹਨਾਂ ਜਰਨੈਲਾਂ ਨੂੰ ਤੇ ਇੱਕ ਜਰਨੈਲ ਫਿਰ ਬਾਂਹ ਕੱਢ ਕੇ ਕਹਿੰਦਾ ਠੀਕ ਹੈ, ਜੇਕਰ ਮੈਨੂੰ ਫੌਜ ਦਿੱਤੀ ਜਾਵੇ ਤੇ ਮੈਂ ਗੁਰੂ ਗੋਬਿੰਦ ਸਿੰਘ ਨੂੰ ਹੱਥੋਂ ਹੱਥੀ ਫੜ ਕੇ ਇਹਨੂੰ ਬੰਦੀ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਇਸ ਜਰਨੈਲ ਦਾ ਨਾਮ ਸੀ ख्वाजा खिजर खान। ਪੂਰਾ ਨਾਮ ਮਹਿਮੂਦ ਅਲੀ ਸ਼ੇਰ ਮੁਹੰਮਦ ਖਾਨ
ਮਲੇਰਕੋਟਲੇ ਵਾਲੇ ਦਾ ਭਰਾ, ਖਾ ਕੇ ਕਸਮ, ਚੜ੍ਹ ਕੇ ਘੋੜੇ ਤੇ, ਪਾ ਕੇ ਸੰਜੋ, ਲੈ ਕੇ ਜਦੋਂ ਆਪਣੇ ਸਾਥੀਆਂ ਨੂੰ ਚਮਕੌਰ ਦੀ ਗੜੀ ਦੇ ਨੇੜੇ ਪਹੁੰਚਿਆ, ਉੱਧਰ ਮੇਰੇ ਗੁਰਦੇਵ ਪਾਤਸ਼ਾਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੱਕਿਆ। ਜ਼ਫਰਨਾਮੇ 'ਚ ਜ਼ਿਕਰ ਕਰਦੇ ਨੇ, ਕਹਿੰਦੇ ਜਦੋਂ ਮੈਂ ਵੇਖਿਆ ਕਿ ख्वाजा ਮਰਦੂਦ ਮੈਦਾਨੇ ਜੰਗ ਦੇ ਵਿੱਚ ਆ ਗਿਆ। ਮਰਦੂਦ ਸ਼ਬਦ ਲਾਂਤੀ ਔਰ ਰੱਦ ਕੀਤੇ ਹੋਏ ਵਾਸਤੇ ਫਾਰਸੀ 'ਚ ਵਰਤਿਆ ਜਾਂਦਾ ਹੈ। ਪਾਤਸ਼ਾਹ ਗੁੱਸੇ 'ਚ ਨੇ, ਰੋਹ 'ਚ ਨੇ। ਔਰ ਰੋਹ ਕਿਵੇਂ ਦਾ ਹੈ? ਜਿਸ ਰੋਹ ਦੇ ਵਿੱਚ ਹੋਸ਼ ਵੀ ਉਸ ਦੇ ਨਾਲ ਬਰਕਰਾਰ ਹੈ। ਪਾਤਸ਼ਾਹ ਕਹਿੰਦੇ ਮੈਂ ਤੱਕਿਆ, ਮੇਰਾ ਦੁਸ਼ਮਣ ਮੇਰੇ ਸਾਹਮਣੇ ਆ ਰਿਹਾ। ਕਹਿੰਦੇ ਬਿਲਕੁਲ ਮੇਰੇ ਸਾਹਮਣੇ ਆਇਆ। ਮੈਂ ਮਮਟੀ ਤੋਂ ਤੱਕ ਰਿਹਾ ਸੀ, ਪਰ ਜਿਸ ਵੇਲੇ ਮੈਂ ਆਪਣੇ ਕਮਾਨ ਦੇ ਵਿੱਚ ਤੀਰ ਨੂੰ ਲੈ ਕੇ ਕੰਨ ਤੱਕ ਖਿੱਚਿਆ, ਜਰਨੈਲ ਇੱਕਦਮ ਘੋੜੇ ਤੋਂ ਉਤਰਿਆ ਤੇ ਕੰਧ ਦੇ ਉੱਲੇ ਲੁੱਕ ਗਿਆ। ਕਹਿੰਦੇ ਮੈਨੂੰ ਉਦੋਂ ਵੀ ਉਸ ਦਾ ਸਿਰ ਦਿਸ ਰਿਹਾ ਸੀ। ਕਹਿੰਦੇ ਨੇ ਕਿ ਆ ख्वाजा ਮਰਦੂਦ ਸਾਇਆ ਦੀਵਾਰ ਦੇ ਸਾਏ ਦੇ ਪਿੱਛੇ। ਜ਼ਫਰਨਾਮੇ 'ਚ ਕਲਗੀਧਰ ਪਾਤਸ਼ਾਹ ਲਿਖਦੇ ਨੇ, ਇਹ ਕਿਸੇ ਹੋਰ ਦਾ ਲਿਖਿਆ ਸਰੋਤ ਨਹੀਂ, ਕਿਸੇ ਇਤਿਹਾਸਕਾਰ ਦੀ ਗੱਲ ਨਹੀਂ। ਇਸ ਜੰਗ ਦੇ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਬਿਆਨ ਕਰ ਰਹੇ ਨੇ। ਕਹਿੰਦੇ ਕਿ ਆ ख्वाजा ਮਰਦੂਦ ਸਾਇਆ ਦੀਵਾਰ, ਜਦੋਂ ਮੈਂ ਵੇਖਿਆ ਕਿ ख्वाजा ਖਿਜ਼ਰ ਖਾਨ ਮੈਦਾਨੇ ਜੰਗ ਦੇ ਵਿੱਚ ਆਇਆ ਤੇ ਮੈਂ ਆਪਣੇ ਕਮਾਨ ਦੇ ਵਿੱਚ ਤੀਰ ਨੂੰ ਲੈ ਕੇ ਕੰਨ ਤੱਕ ਖਿੱਚਿਆ, ਸਾਇਆ ਦੀਵਾਰ, ਉਹਨੇ ਆਪਣਾ ਸਿਰ ਕੰਧ ਦੇ ਉੱਲੇ ਕਰ ਲਿਆ। ਬਾ ਮੈਦਾਨਾ ਆਮਦ ਮੈਂ ਮਰਦਾਨਾ ਵਾਰ, ਉਹ ਮਰਦਾਂ ਵਾਂਗੂ ਮੇਰੇ ਸਾਹਮਣੇ ਨਾ ਆਇਆ। ਅਗਲੀ ਗੱਲ ਕਲਗੀਧਰ ਪਾਤਸ਼ਾਹ ਗੁਰੂ ਗੁਰਦੇਵ ਮਹਾਰਾਜ ਬੜੀ ਪਿਆਰੀ ਕਰਦੇ ਨੇ। ਮੈਂ ਹੈਰਾਨ ਰਹਿ ਜਾਂਦਾ। ਪੁੱਤਰਾਂ ਦੀ ਸ਼ਹਾਦਤ ਕੋਈ ਅਫਸੋਸ ਨਹੀਂ, ਪਿਤਾ ਦੀ ਸ਼ਹਾਦਤ, ਮਾਤਾ ਦੀ ਸ਼ਹਾਦਤ, ਆਨੰਦਪੁਰ ਸਾਹਿਬ ਗਿਆ, ਤਖਤ ਗਿਆ, ਤਾਜ ਗਿਆ, ਰਾਜ ਗਿਆ, ਬਾਜ ਗਿਆ, ਸਭ ਕੁਝ ਗਿਆ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜ਼ਿੰਦਗੀ ਦੇ ਵਿੱਚ ਕਿਤੇ ਅਫਸੋਸ ਨਹੀਂ। ਸਿਰਫ ਇੱਕ ਸ਼ਬਦ ਹੈ, ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ। ਪਰ ਜ਼ਫਰਨਾਮੇ 'ਚ ਇੱਕ ਗੱਲ ਤੇ ਕਹਿੰਦੇ ਨੇ, ਕਹਿੰਦੇ ਦਰੇਗਾ ਅਫਸੋਸ, ਮੈਨੂੰ ਇੱਕ ਗੱਲ ਦਾ ਅਫਸੋਸ ਹੈ। ਦਰੇਗਾ ਅਗਰ ਰੂਏ ਉਹ ਦੀਦ ਮੇ, ਮੇਰਾ ਦੁਸ਼ਮਣ ਮੇਰਾ ਸਿਰ ਵੱਢਣ ਦੀ ਸਹੁੰ ਖਾ ਕੇ ਆਇਆ ਸੀ। ਅਗਰ ਰੂਏ ਉਹ ਦੀਦ ਮੇ, ਕਿਤੇ ਮਰਦਾਂ ਵਾਂਗੂ ਮੇਰੇ ਸਾਹਮਣੇ ਆਉਂਦਾ ਨਾ, ਬਾ ਯਕ ਤੀਰ ਲਾਚਾਰ ਬਖਸ਼ੀਦ ਮੇ, ਤੇ ਮੈਂ ਇੱਕ ਤੀਰ ਉਹਨੂੰ ਵੀ ਬਖਸ਼ ਦਿੰਦਾ, ਉਹਨੂੰ ਵੀ ਨਹਰ ਖਾਨ ਦੇ ਵਾਂਗ ਜ਼ਮੀਨ ਤੇ ਸੁੱਟ ਦਿੰਦਾ। ਪਰ ਗੁਰੂ ਗੋਬਿੰਦ ਸਿੰਘ ਦੀ ਆਤਮਾ ਨੇ ਇਜਾਜ਼ਤ ਹੀ ਨਹੀਂ ਦਿੱਤੀ ਕਿ ਜਿਹੜਾ ਦੁਸ਼ਮਣ ਮੈਦਾਨੇ ਜੰਗ ਦੇ ਵਿੱਚ ਮਰਦਾਂ ਵਾਂਗੂ ਚਿਹਰਾ ਛਪਾ ਲਵੇ, ਗੁਰੂ ਗੋਬਿੰਦ ਸਿੰਘ ਵਰਗਾ ਸੂਰਮਾ, ਉਹਦੇ ਤੇ ਵਾਰ ਕਰੇ। ਗੁਰੂ ਗੋਬਿੰਦ ਸਿੰਘ ਤਾਂ ਮਰਦਾਂ ਤੇ ਵਾਰ ਕਰਦਾ ਹੈ, ਮੈਦਾਨੇ ਜੰਗ 'ਚ ਸਾਹਮਣੇ ਜੂਝਣ ਵਾਲਿਆਂ ਤੇ ਵਾਰ ਕਰਦਾ ਹੈ। ਗੁਰੂ ਗੋਬਿੰਦ ਸਿੰਘ ਕਦੀ ਮਰਦਾਂ ਤੇ ਵਾਰ ਨਹੀਂ ਕਰਦਾ। ਦਰੇਗਾ ਅਗਰ ਰੂਏ ਉਦੀਦ ਮੇ, ਬਾਯਕ ਤੀਰ ਲਾਚਾਰ ਬਖਸ਼ੀਦ ਮੇ, ਕਿਤੇ ਮੈਂ ਦੁਸ਼ਮਣ ਦਾ ਚਿਹਰਾ ਵੇਖ ਲੈਂਦਾ ਤੇ ਮੈਂ ਉਹਦੇ ਤੇ ਵੀ ਵਾਰ ਕਰਕੇ ਹਮੇਸ਼ਾ ਦੇ ਵਾਸਤੇ ਉਸ ਨੂੰ ਜ਼ਮੀਨ ਤੇ ਲਟਾ ਦਿੰਦਾ। ਇਹ ਰਹਿਮਤ ਹੈ ਮੇਰੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿ ਚਮਕੌਰ ਦੀ ਗੜੀ ਦੇ ਵਿੱਚ ਦੁਸ਼ਮਣ ਤੇ ਵੀ ਇਸ ਕਰਕੇ ਵਾਰ ਨਹੀਂ ਕੀਤਾ ਕਿ ਉਹ ਮਰਦਾਂ ਵਾਂਗੂ ਮੈਦਾਨੇ ਜੰਗ 'ਚ ਸਾਹਮਣੇ ਨਹੀਂ ਆਇਆ। ਕੌਣ ਰੀਸ ਕਰੇਗਾ ਉਸ ਅਸਲ ਮਰਦ ਦੀ ਜੋ ਜੰਗ ਦੇ ਨਾਕਾਬਿਲ ਵੈਰੀਆਂ ਨਾਲ ਵੀ ਆਪਣੇ ਅਸੂਲਾਂ ਤੇ ਪਹਿਰਾ ਦਿੰਦਿਆਂ ਇੱਕ ਅਸਾਮੀ ਜੰਗ ਲੜ ਰਿਹਾ ਹੋਵੇ। ਖੌਫ ਤੇ ਚੜ੍ਹਦੀ ਕਲਾ ਦੀ ਆਮਣੇ ਸਾਹਮਣੇ ਦੀ ਟੱਕਰ ਕਿੱਥੇ ਪਹੁੰਚੀ, ਅਗਲੇ ਹਿੱਸੇ 'ਚ ਬਿਆਨ ਕਰਾਂਗੇ।